AIR FM ਰੇਨਬੋ ਦੇ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਅਸੀਂ ਲੈ ਕੇ ਆਏ ਆ ਡਾਕਟਰ ਅਮਨਦੀਪ ਸਿੰਘ ਜੀ ਨੂੰ। ਡਾਕਟਰ ਅਮਨਦੀਪ ਸਿੰਘ ਜੀ सोसाइटी ਦੇ ਉਹਨਾਂ ਲੋਕਾਂ ਦੇ ਵਿੱਚ ਨੇ ਜੋ ਐਕਚੁਅਲੀ ਰੀਅਲ ਹੀਰੋਜ਼ ਕਹਾਉਣ ਦੇ ਲਾਇਕ ਨੇ ਔਰ ਹਰ ਇੱਕ ਉਹ ਸਨਮਾਨ ਡਿਜ਼ਰਵ ਕਰਦੇ ਆ ਕਿਉਂਕਿ ਆਪਣੀ ਪਰਸਨਲ ਲਾਈਫ ਤੋਂ ਅਲੱਗਾ ਸੋਸਾਇਟੀ ਲਈ, ਇਨਵਾਇਰਨਮੈਂਟ ਲਈ, ਨੇਚਰ ਲਈ ਜਦੋਂ ਅਸੀਂ ਕੰਮ ਕਰਦੇ ਹਾਂ ਉਹ ਵੈਸੇ ਹੀ ਕਾਬਿਲੇ ਤਾਰੀਫ ਹੁੰਦਾ। ਡਾਕਟਰ ਅਮਨਦੀਪ ਸਿੰਘ ਜੀ ਜੋ ਮਾइंड कोच ने, एक NLP एक्सपर्ट ने, नेचुरिस्ट ने और सोशल वेलफेयर एंड अवेयरनेस सोसाइटी हुशियारपुर के प्रेजिडेंट ने। तो एक बहुत ही बड़ी शख्सियत जो बहुत बड़े बड़े काम कर रही है और किस तरह इंस्पायर कर रही है लोगों को, आओ जानते हैं उन्होंने तो ही। अमनदीप जी तुहाडा बहुत बहुत स्वागत है साडे प्रोग्राम सोहनी सवेर। धन्यवाद जी, धन्यवाद बहुत बहुत। ਤੇ ਸਭ ਤੋਂ ਪਹਿਲਾਂ ਤਾਂ ਸਰ ਦੱਸੋ ਮਾइंड ਕੋਚ ਐਂਡ NLP ਐਕਸਪਰਟ ਕੀ ਮਤਲਬ ਹੈ ਇਹਦਾ? ਇਹ ਜਿੰਨੇ ਸ਼ਬਦ ਸੁਣਨ ਵਿੱਚ ਭਾਰੇ ਲੱਗਦੇ ਆ ਵੈਸੇ ਉਹਨੇ ਹੈ ਨਹੀਂ। ਤੇ ਮਾइंड ਕੋਚ ਤੇ NLP ਦੀ ਫੁੱਲ ਫਾਰਮ ਹੈ ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ, ਯਾਨੀ ਆਪਣੇ ਸ਼ਬਦਾਂ ਦੇ ਨਾਲ, ਆਪਣੀ ਲੈਂਗੁਏਜ ਦੇ ਨਾਲ ਆਪਣੇ ਦਿਮਾਗ ਦੀਆਂ ਜਿਹੜੇ ਪੈਟਰਨਸ ਹੈਗੇ ਆ, ਜਿਹੜੀਆਂ ਆਦਤਾਂ ਹੈਗੀਆਂ ਉਹਨਾਂ ਨੂੰ ਬਦਲ ਲੈਣਾ। ਤੇ ਮਾइंड ਕੋਚ ਇਸ ਚੀਜ਼ ਨੂੰ ਸਿਖਾਉਣ ਨੂੰ ਹੀ ਆਪਾਂ ਮਾइंड ਕੋਚਿੰਗ ਕਹਿੰਦੇ ਆ ਜੀ। ਓਕੇ, ਤੇ NLP ਐਕਸਪਰਟ ਮਤਲਬ? NLP ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ ਇਹ ਸਾਇੰਸ ਹੈ ਜੀ। ਇਹ ਦਿਮਾਗ ਦੇ ਪੈਟਰਨਸ ਨੂੰ ਚੇਂਜ ਕਰਨ ਦੀ ਸਾਇੰਸ ਹੈ। ਜਿਸ ਤਰ੍ਹਾਂ ਇੱਕ ਸ਼ਾਰਟ ਦੇ ਵਿੱਚ ਹਾਂਜੀ ਮੈਂ ਦੱਸਣਾ ਚਾਹੂੰਗਾ ਕਿ ਸਾਡੀਆਂ ਬਹੁਤ ਸਾਰੀਆਂ ਹੈਬਿਟਸ ਹੈ। ਵੀ ਆਰ ਦਾ ਪ੍ਰੋਡਕਟ ਆਫ ਆਵਰ ਹੈਬਿਟਸ। ਅਸੀਂ ਆਪਣੀਆਂ ਆਦਤਾਂ ਦਾ ਸੰਗ੍ਰਹਿ ਹੁੰਦੇ ਆ। ਕੋਈ ਸਵੇਰੇ ਉੱਠਦਾ ਆ, ਉਹਦੀ ਛੇਤੀ ਉੱਠਦਾ ਤਾਂ ਉਹਦੀ ਆਦਤ ਹੈ, ਜਿਹੜਾ ਨਹੀਂ ਉੱਠਦਾ ਉਹਦੀ ਵੀ ਆਦਤ ਹੈ। ਕੋਈ ਬੂਟੇ ਲਗਾਉਂਦਾ ਆ, ਉਹਦੀ ਆਦਤ ਹੈ, ਜਿਹੜਾ ਨਹੀਂ ਲਗਾਉਂਦਾ ਉਹਦੀ ਨਾ ਲਗਾਉਣ ਦੀ ਆਦਤ ਹੈ। ਤੇ ਆਪਾਂ ਨੂੰ ਜਿਹੜੀਆਂ ਆਦਤਾਂ ਖੁਦ ਚਾਹੀਦੀਆਂ ਆਪਣੇ ਜੀਵਨ ਨੂੰ ਵਧੀਆ ਬਣਾਉਣ ਦੇ ਲਈ ਆਪਾਂ ਉਹਨਾਂ ਆਦਤਾਂ ਨੂੰ ਇੰਸਟਾਲ ਕਰ ਸਕਦੇ ਹਾਂ ਤੇ ਮਾੜੀਆਂ ਆਦਤਾਂ ਨੂੰ ਆਪਣੇ ਜੀਵਨ ਤੋਂ ਬਾਹਰ ਕਰ ਸਕਦੇ ਹਾਂ, ਤਾਂ ਕਿ ਜਿੱਥੇ ਅਸੀਂ ਆਪਣੇ ਜੀਵਨ ਨੂੰ ਬਿਹਤਰ ਬਣਾਈਏ ਉੱਥੇ ਆਪਾਂ ਸਮਾਜ ਨਿਰਮਾਣ ਦੇ ਵਿੱਚ ਵੀ ਯੋਗਦਾਨ ਪਾਈਏ। ਓਕੇ, ਵੈਰੀ ਨਾਈਸ। ਔਰ ਨੈਚੁਰਿਸਟ ਮਤਲਬ ਨੇਚਰ ਦੀ ਸੇਵਾ ਕਰਨ ਵਾਲਾ ਬੰਦਾ ਜੋ ਨੇਚਰ ਦੇ ਨਾਲ ਜੁੜਿਆ। ਬਿਲਕੁਲ ਬਿਲਕੁਲ ਜੀ, ਬਿਲਕੁਲ। ਓਕੇ, ਸੋ ਜਿਹੜੀ ਤੁਹਾਡੀ ਸੁਸਾਇਟੀ ਹੈ ਹੁਸ਼ਿਆਰਪੁਰ ਦੇ ਵਿੱਚ, ਜਿਹੜੀ NGO ਹੈ, ਉਹ ਕਿਹੜੇ ਕਿਹੜੇ ਕੰਮ ਕਰ ਰਹੀ ਹੈ, ਕਿਹੜੇ ਕਿਹੜੇ ਕੈਂਪੇਨ ਜਾਂ ਪ੍ਰੋਜੈਕਟ ਕਰ ਚੁੱਕੀ ਹੈ ਜਾਂ ਪਾਈਪਲਾਈਨ ਦੇ ਵਿੱਚ ਨੇ? ਮੈਡਮ ਜਿਹੜੀ ਸਾਡੀ ਸੁਸਾਇਟੀ ਦਾ ਨਾਮ ਜਿਸ ਤਰ੍ਹਾਂ ਤੁਸੀਂ ਦੱਸ ਦਿੱਤਾ ਵੀ ਸਵਾਸ, ਉਹਦੀ ਸ਼ਾਰਟ ਫਾਰਮ ਹੈ ਸੋਸ਼ਲ ਵੈਲਫੇਅਰ ਐਂਡ ਅਵੇਅਰਨੈਸ ਸੁਸਾਇਟੀ। ਇਹ ਜਿਹੜੀ ਸੁਸਾਇਟੀ ਹੈ ਇਹ ਸੁਸਾਇਟੀ ਲੋਕਾਂ ਨੂੰ ਡਿਫਰੈਂਟ ਲੈਵਲਸ ਦੇ ਉੱਤੇ ਡਿਫਰੈਂਟ ਜਿਹੜੀਆਂ ਸਮਾਜਿਕ ਪ੍ਰੋਬਲਮਸ ਹੈ ਉਹਦੀ ਅਵੇਅਰਨੈਸ ਦਿੰਦੀ ਹੈ। ਜ਼ਿਆਦਾਤਰ ਕੁਦਰਤ ਦੇ ਰਿਲੇਟਡ ਹੀ ਆਪਾਂ ਕੰਮ ਕਰਦੇ ਹਾਂ। ਔਰ ਇਸ ਸੁਸਾਇਟੀ ਦੇ ਵਿੱਚ ਆਪਾਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਮਿਸ਼ਨ K3। ਮਿਸ਼ਨ K3 ਦਾ ਮਤਲਬ ਹੈ ਮਿਸ਼ਨ ਕੁਦਰਤ ਕਾ ਕਾਰਵਾਂ, ਮਤਲਬ K ਫॉर ਕੁਦਰਤ, K ਫॉर ਕਾਰਵਾਂ। ਤੇ ਇਹ ਤਿੰਨ ਕੱਕਿਆਂ ਤੇ ਹੀ ਕੰਮ ਕਰਦੀ ਆ। ਕਾ ਫॉर ਕਾਇਆ, ਲੋਕਾਂ ਨੂੰ ਆਪਣੀ ਕਾਇਆ ਕਿੱਦਾਂ ਸਹੀ ਰੱਖਣੀ ਹੈ ਕੁਦਰਤੀ ਤਰੀਕਿਆਂ ਦੇ ਨਾਲ, ਕਿਉਂਕਿ ਅੱਜ ਸਾਰੇ ਘਰਾਂ ਦੇ ਵਿੱਚ ਜਿਹੜੀ ਹੈ ਬਿਮਾਰੀ ਜਾ ਚੁੱਕੀ ਹੈ, ਜਿਹਨੂੰ ਅਸੀਂ ਬਹੁਤ ਵੱਡੀ ਬਿਮਾਰੀ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਕਹਿੰਦੇ ਸੀ, ਅੱਜ ਉਹ ਕਾਮਨ ਹੋ ਚੁੱਕੀ ਆ। ਤੇ ਲੋਕਾਂ ਦੀ ਤਰਾਸਦੀ ਹੈ ਕਿ ਆਪਾਂ ਉਸ ਤੋਂ ਬਾਹਰ ਕਿਵੇਂ ਆਉਣਾ ਆ ਨੈਚੁਰਲ ਡਾਈਟ ਦੇ ਨਾਲ। ਇੱਕ ਕੱਕਾ ਕਾਇਆ ਤੇ ਕੰਮ ਕਰਦੇ ਆ, ਦੂਸਰਾ ਕੱਕਾ ਕਲਮ। ਅੱਜ ਦੀ ਸਾਡੀ ਜਿਹੜੀ ਐਜੂਕੇਸ਼ਨ ਆ ਬੱਚਿਆਂ ਨੂੰ ਜੌਬ ਦਿਲਵਾਉਣ ਦੇ ਵਿੱਚ ਜਾਂ ਅੱਛਾ ਬਿਜ਼ਨਸ ਖੜੇ ਕਰਨ ਦੇ ਵਿੱਚ ਜਿਹੜੀ ਕਿ ਉਹਦੇ ਵਿੱਚ ਉਹ ਪੂਰਾ ਸਹਾਈ ਨਹੀਂ ਹੋ ਰਹੀ। ਤੋ ਇਸ ਕਰਕੇ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਆਫ ਜਿਹੜਾ ਟੈਲੈਂਟ ਹੈਗਾ ਆ, ਡਾਇਰੈਕਸ਼ਨ ਆਫ ਐਜੂਕੇਸ਼ਨ ਉਹ ਕਿਸ ਤਰ੍ਹਾਂ ਲੱਭਣ, ਇਹ ਕੱਕਾ ਕਲਮ ਵਾਲੇ ਸੈਗਮੈਂਟ ਦੇ ਵਿੱਚ ਆ। ਤੇ ਜਿਹੜਾ ਲਾਸਟ ਹੈਗਾ ਜੀ ਕੱਕਾ ਕਿਰਤ ਜਾਂ ਕਾਰੋਬਾਰ। ਜਿੱਦਾਂ ਸਾਡੇ ਗੁਰੂ ਪੀਰ ਪੈਗੰਬਰਾਂ ਨੇ ਕਿਹਾ ਕਿ ਹੱਥ ਨਾਲ ਕਿਰਤ ਕਰਨੀ ਚਾਹੀਦੀ ਆ, ਤਾਂ ਕੋਈ ਨਾ ਕੋਈ ਕੁਸ਼ਲਤਾ ਜਿਹੜੀ ਸਾਡੇ ਹੱਥ 'ਚ ਹੋਣੀ ਚਾਹੀਦੀ ਹੈ, ਜਿਹਦੇ ਨਾਲ ਅਸੀਂ ਕੋਈ ਨਾ ਕੋਈ ਅੱਛੀ ਜੌਬ ਕਰ ਸਕੀਏ ਜਾਂ ਫਿਰ ਆਪਾਂ ਅੱਛਾ ਕਾਰੋਬਾਰ ਐਸਟੈਬਲਿਸ਼ ਕਰ ਸਕੀਏ। ਤਾਂ ਮਿਸ਼ਨ K3 ਕੁਦਰਤ ਕਾ ਕਾਰਵਾਂ ਤਿੰਨ ਸੈਗਮੈਂਟ ਤੇ ਕੰਮ ਕਰਦੀ। ਕਿਉਂ ਕਰਦੀ ਆ? ਆਊਟਕਮ ਕੀ ਆ? ਆਊਟਕਮ ਇਹ ਆ ਕਿ ਸਮਾਜ ਨੂੰ ਚੰਗੀ ਸਿਹਤ ਕਿਵੇਂ ਦੇਣੀ ਹੈ, ਸਮਾਜ ਨੂੰ ਸਾਡੇ ਬੱਚੇ ਚੰਗੀ ਸਿੱਖਿਆ, ਡਾਇਰੈਕਸ਼ਨ ਲੈਸ ਨਾ ਹੋ ਕੇ ਡਾਇਰੈਕਸ਼ਨ ਦੇ ਵਿੱਚ ਸਿੱਖਿਆ ਪ੍ਰਾਪਤ ਕਰਨ, ਤੇ ਕੱਕਾ ਕਾਰੋਬਾਰ ਦੇ ਵਿੱਚ ਉਹ ਐਸਟੈਬਲਿਸ਼ ਹੋਣ। ਇਹ ਤਿੰਨ ਚੀਜ਼ਾਂ ਤੋਂ ਜੇ ਸਾਊਂਡ ਹੋਣਗੇ ਤਾਂ ਹੀ ਉਹ ਕੁਦਰਤ ਦੀ ਇੰਪੋਰਟੈਂਸ ਨੂੰ ਸਮਝ ਸਕਣਗੇ, ਤਾਂ ਹੀ ਉਹ ਕੁਦਰਤ ਵਾਸਤੇ ਯੋਗਦਾਨ ਦੇ ਸਕਣਗੇ, ਤੇ ਜੋ ਇਨਸਾਨ ਨੇ ਖਰਾਬੀ ਕੀਤੀ ਹੈ ਉਸ ਦੀ ਭਰਪਾਈ ਕਰ ਸਕਣਗੇ। ਵੈਰੀ ਨਾਈਸ। ਤੇ ਕਿੰਨਾ ਯੂਥ ਤੁਹਾਡੇ ਨਾਲ ਜੁੜਿਆ ਹੋਇਆ ਔਰ ਕਿਸ ਤਰ੍ਹਾਂ ਦੇ ਛੋਟੀਆਂ ਜਿਹੜੀਆਂ ਸਕਸੈਸਿਸ ਹੁੰਦੀਆਂ ਤੁਸੀਂ ਪਾ ਚੁੱਕੇ ਹੋ? ਮੈਡਮ ਅਸੀਂ ਵਿਲੇਜ ਲੈਵਲ ਦੇ ਉੱਤੇ ਆਪਣੀਆਂ ਕਮੇਟੀਜ਼ ਬਣਾਈਆਂ ਹੋਈਆਂ ਔਰ ਇਸ ਵੇਲੇ ਅਪਰੋਕਸੀਮੇਟ 22 ਵਿਲੇजेस ਆ ਕੰਢੀ ਏਰੀਆ ਆਫ ਹੁਸ਼ਿਆਰਪੁਰ ਆਪਾਂ ਕਹਿ ਸਕਦੇ ਹਾਂ, ਜਿੱਥੇ ਜਿਹੜੀਆਂ ਸਾਡੀਆਂ ਕਮੇਟੀਜ਼ ਕੰਮ ਕਰਦੀਆਂ। ਔਰ ਮੈਂ ਥੋੜਾ ਜਿਹਾ ਦੱਸਣਾ ਚਾਹੂੰਗਾ ਕਿ ਮੈਂ ਆਪਣੇ ਪੂਰੇ ਐਕਸਪੀਰੀਅੰਸ 'ਚ ਇਹ ਸਿੱਖਿਆ ਕਿ ਆਪਾਂ ਸਾਰੇ ਕਹਿੰਦੇ ਜੀ ਬੂਟੇ ਲਗਾਉਂਦੇ ਆ ਜਾਂ ਪੰਛੀਆਂ ਦੀ ਆਪਾਂ ਸੇਵਾ ਕਰਦੇ ਆ। ਮੈਂ ਇਹ ਕਹਿੰਦਾ ਕਿ ਜਦ ਤੱਕ ਅਸੀਂ ਬੂਟੇ ਲਗਾਉਂਦੇ ਆ
ਉਹ ਗੱਲ ਠੀਕ ਹੈ, ਪਰ ਜੇ ਆਉਣ ਵਾਲੀ ਜਿਹੜੀ ਸਾਡੀ ਨਸਲ ਆ, ਜਿਹੜੀਆਂ ਸਾਡੀਆਂ ਪੀੜ੍ਹੀਆਂ ਜੇ ਇੰਪੋਰਟੈਂਸ ਨਹੀਂ ਸਮਝਣਗੀਆਂ ਤਾਂ ਇਦਾਂ ਦੀਆਂ ਨੀਤੀਆਂ ਬਣਾਉਣਗੀਆਂ, ਸਾਰੇ ਫੇਰ ਘੱਟ ਹੋ ਜਾਣੇ ਆ। ਇਸ ਕਰਕੇ ਅਸੀਂ ਯੂਥ ਨੂੰ ਇਹ ਟ੍ਰੇਨਿੰਗ ਇੰਪਾਰਟ ਕਰ ਰਹੇ ਹਾਂ ਥਰੂ ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ। ਬਹੁਤ ਸਿੰਪਲ ਟ੍ਰੇਨਿੰਗ ਹੈ, ਉਹਦਾ ਟ੍ਰੇਨਿੰਗ ਦਾ ਨਾਮ ਰੱਖਿਆ ਜੀ ਗਿਆਨ ਸਭਾ। ਉਹ ਅਸੀਂ ਪਿੰਡ ਗਿਆਨ ਸਭਾਵਾਂ ਲਗਾਉਂਦੇ ਹਾਂ। ਉਸ ਗਿਆਨ ਸਭਾਵਾਂ ਦੇ ਵਿੱਚ ਆਪਾਂ, ਜਿੱਦਾਂ ਆਪਾਂ ਪੰਜਾਬੀ ਚ ਕਹੀਏ ਵੀ ਮੱਝ ਦੇ ਅੱਗੇ ਬੀਨ ਵਜਾਓ ਤਾਂ ਉਹਨੇ ਦੁੱਧ ਨਹੀਂ ਦੇਣਾ, ਮੱਝ ਨੂੰ ਪੱਠੇ ਪਾ ਦਿਓ ਤਾਂ ਉਹਨੇ ਦੁੱਧ ਦੇ ਦੇਣਾ। ਤੇ ਆਪਾਂ ਸਮਾਜ ਨੂੰ ਉਹ ਦੇ ਰਹੇ ਹਾਂ ਜੋ ਇਸ ਵੇਲੇ ਸਮਾਜ ਦੀ ਜ਼ਰੂਰਤ ਹੈ। ਹੈਲਥ, ਐਜੂਕੇਸ਼ਨ ਤੇ ਇੰਪਲੋਇਮੈਂਟ ਕਿੱਦਾਂ ਕਰਨੀ ਹੈ, ਕਿਵੇਂ ਕਰਨੀ ਹੈ, ਕਿੱਦਾਂ ਲਿੰਕ ਹੋਣਾ, ਜੋ ਵੀ ਗੌਰਮੈਂਟ ਸਕੀਮਸ ਹੈਗੀ ਆ ਉਹਨਾਂ ਤੱਕ ਪਹੁੰਚਾ ਰਹੇ ਹਾਂ। ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਯਾਨੀ ਕਿ ਜਾਂ ਕਹ ਲਓ ਪੋਲੀਟੀਕਲ ਐਂਗਲ ਤੋਂ ਆਪਾਂ ਸੋਲਵ ਕਰਵਾ ਰਹੇ ਹਾਂ। ਤੇ ਇਨ ਰਿਟਰਨ ਉਹ ਲੋਕ ਇਹ ਸਮਝਦੇ ਆ ਵੀ ਯਾਰ ਇਹ ਜਿਹੜੀ ਸੰਸਥਾ ਆ, ਇਹ ਸੰਸਥਾ ਸਾਡੀਆਂ ਪ੍ਰੋਬਲਮਸ ਨੂੰ ਹੱਲ ਕਰ ਰਹੀ ਆ ਤੇ ਕੁਦਰਤ ਤੇ ਕੰਮ ਕਰਦੀ ਆ, ਤਾਂ ਲੈਟਸ ਬੀ ਟੂਗੈਦਰ ਤੇ ਆਪਾਂ ਇਹਨਾਂ ਦੇ ਨਾਲ ਬੂਟੇ ਵੀ ਲਗਾਈਏ। ਕਿਤੇ ਵੀ ਕੋਈ ਸ਼ਿਕਾਰੀ ਪਹੁੰਚਦਾ ਆ ਜਾਂ ਕੋਈ ਤੋਤਿਆਂ ਦੀ ਤਸਕਰੀ ਵਾਲਾ ਬੰਦਾ ਜਾਂ ਕੋਈ ਅਜਗਰ ਫੜਨ ਵਾਲਾ ਬੰਦਾ ਯਾਨੀ ਪਾਈਥਨ ਫੜਨ ਵਾਲਾ ਬੰਦਾ, ਇਦਾਂ ਦੇ ਬੰਦੇ ਜਦੋਂ ਵੀ ਪਹੁੰਚਦੇ ਆ ਤਾਂ ਮੈਨੂੰ ਫਟ ਜਿਹੜੀ ਇਨਫੋਰਮੇਸ਼ਨ ਆ ਮੇਰੇ ਕੋਲ ਆ ਜਾਂਦੀ ਆ। ਤੇ ਆਪਾਂ ਜਿੱਥੇ ਵਾਈਲਡ ਲਾਈਫ ਕੰਜ਼ਰਵੇਸ਼ਨ ਕਰ ਰਹੇ ਆ ਉੱਥੇ ਆਪਾਂ ਛੋਟੇ ਛੋਟੇ ਜੰਗਲ ਉਗਾ ਰਹੇ ਹਾਂ, ਔਰ ਜੰਗਲਾਂ ਦਾ ਨਾਮ ਹੈਗਾ ਜੀ ਏਕਤਾ ਤੇ ਭਾਈਚਾਰੇ ਦੇ ਜੰਗਲ। ओह वेरी नाइस। और मैं मतलब ये बहुत इंटरेस्टिंग चीज है। और इस तो बड़ा इंटरेस्टिंग चीज मैं अपने श्रोतिਆਂ ਨੂੰ ਇਹ ਦੱਸਦਾ ਕਿ ਡਾਕਟਰ ਅਮਨਦੀਪ ਸਿੰਘ ਜੀ ਜੋ ਕਿ ਇਸ ਐਨਜੀਓ ਦੇ ਵਿੱਚ ਕੰਮ ਕਰ ਰਹੇ ਆ, ਬਹੁਤ ਸਾਰਾ ਸੋਸ਼ਲ ਵਰਕ ਕਰ ਰਹੇ ਆ। ਬੀਟੈਕ, ਐਮਟੈਕ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ PhD ਹਾਸਿਲ ਕਰ ਚੁੱਕੇ ਆ ਫਰਮ IIT ਰੁੜਕੀ। 15 ਸਾਲ ਦਾ ਟੀਚਿੰਗ ਐਕਸਪੀਰੀਅੰਸ ਹੈ ਇਹਨਾਂ ਦਾ। ਔਰ ਸਰ ਇਹਨਾਂ ਤੁਸੀਂ ਐਸੋਸੀਏਟ ਪ੍ਰੋਫੈਸਰ ਵੀ ਰਹਿ ਚੁੱਕੇ ਹੋ, तो ਤੁਹਾਨੂੰ ਲੱਗਾ ਕਿ ਨਾਓ ਦਿਸ ਇਜ਼ ਦਾ ਟਾਈਮ ਕਿ ਟੀਚਿੰਗ ਤਾਂ ਮੈਂ ਦੇ ਹੀ ਰਿਹਾ ਆਪਣੇ ਬੱਚਿਆਂ ਨੂੰ ਸਪੈਸ਼ਲ, ਬਟ ਅੱਜ ਹੁਣ ਮੈਂ ਸ਼ੁਰੂ ਕਰਨੀ ਹੈ? ਕਿਉਂਕਿ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਤੁਸੀਂ ਦੱਸਿਆ ਕਿ ਯੂ ਆਰ ਵੈਰੀ ਵੈਲ ਇੰਟਰਸਟਿਡ ਇਨ ਵਾਈਲਡ ਲਾਈਫ ਫੋਟੋਗ੍ਰਾਫੀ ਔਰ ਬਹੁਤ ਸਾਰੇ ਇਸ ਤੋਂ ਰਿਲੇਟਡ ਇਵੈਂਟ। ਤੇ ਕਦੋਂ ਜਿਹੜੀ ਜਰਨੀ ਹੈ, ਜਿਹੜਾ ਸਫ਼ਰ ਹੈ, ਸ਼ੁਰੂ ਹੋਇਆ? ਪਹਿਲਾਂ ਤਾਂ ਮੈਂ ਮੈਡਮ ਇਹ ਦੱਸਣਾ ਚਾਹੂੰਗਾ ਕਿ ਜਿਹੜੀ ਮੇਰੀ PhD ਹੈ ਰਜਿਸਟ੍ਰੇਸ਼ਨ ਜਿਹੜੀ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੀ ਹੈ ਤੇ ਰਿਸਰਚ ਵਰਕ IIT ਰੁੜਕੀ ਦੇ ਵਿੱਚ ਹੋਇਆ। ਤੇ 17 ਸਾਲ ਯਾਨੀ 17 ਈਅਰ ਮੈਂ ਕਾਫੀ ਮੇਰਾ ਜੌਬ ਐਕਸਪੀਰੀਅੰਸ ਰਿਹਾ ਜੀ ਰੈਗੂਲਰ। ਔਰ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਘਟਨਾ ਹੁੰਦੀ ਹੈ ਛੋਟੀ ਜਿਹੀ, ਮੇਰੇ ਬੇਟੇ ਦੇ ਨਾਲ ਮੈਡੀਕਲ ਪ੍ਰੋਬਲਮ, ਟਾਈਮ ਦੀ ਸ਼ਾਰਟੇਜ ਕਰਕੇ ਮੈਂ ਪੂਰੀ ਨਹੀਂ ਦੱਸਾਂਗਾ। ਤੇ ਉਹ ਪ੍ਰੋਬਲਮ ਹੁੰਦੀ ਹੈ ਜਿਸ ਪ੍ਰੋਬਲਮ ਦੇ ਕਰਕੇ ਮੈਨੂੰ ਇੱਕ ਛੁੱਟੀ ਲੈਣੀ ਪੈਂਦੀ ਹੈ ਤੇ ਉਹ ਛੁੱਟੀ ਨਹੀਂ ਮਿਲਦੀ। ਤੇ ਮੈਂ ਇਹ ਦੇਖਦਾ ਵੀ ਆਪਾਂ ਇਸ ਵੱਡੀ ਪੋਸਟ ਦੇ ਉੱਤੇ ਆ ਕੇ ਆਫਟਰ ਡਾਕਟਰੇਟ ਵੀ ਆਪਾਂ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਦੇ ਸਕਦੇ, ਕਿੰਨੇ ਮਜਬੂਰ ਹੋ ਗਏ ਆ। ਤੇ ਮੈਂ ਬੱਸ ਦੇ ਵਿੱਚ ਜਦੋਂ ਹੁਸ਼ਿਆਰਪੁਰ ਨੂੰ ਵਾਪਸ ਆ ਰਿਹਾ ਜਲੰਧਰ ਤੋਂ ਆਪਣੇ ਕਾਲਜ ਤੋਂ, ਤਾਂ ਮੈਂ ਇਹ ਸੋਚਦਾ ਆ ਵੀ ਆ ਪੰਛੀਆਂ ਨੂੰ ਕਿਤੇ ਜੌਬ ਦੀ ਜ਼ਰੂਰਤ ਨਹੀਂ ਪੈਂਦੀ, ਪੰਛੀਆਂ ਨੂੰ ਆਪਣੀ ਲਾਈਵਲੀਹੁੱਡ ਮਿਲ ਜਾਂਦੀ ਹੈ, ਜਾਨਵਰਾਂ ਨੂੰ ਆਪਣੀ ਲਾਈਵਲੀਹੁੱਡ ਮਿਲ ਜਾਂਦੀ ਹੈ। ਤਾਂ ਆਪਾਂ ਬੌਂਡ ਹੋ ਕੇ ਆਪਣੀ ਲਾਈਫ ਨੂੰ ਸੈਕਰੀਫਾਈਸ ਕਰਕੇ ਬਹੁਤ ਜ਼ਿਆਦਾ ਸਟ੍ਰੈਸਫੁਲ এনवायरमेंट ਕਿਉਂ ਜੀਂਦੇ ਆ? ਸੋ ਲੈਟਸ ਡੂ ਸਮ ਐਕਸਪੈਰੀਮੈਂਟ ਵਿਦ ਲਾਈਫ। ਤਾਂ ਮੈਂ 6 ਮਹੀਨੇ ਵਿਦਆਊਟ ਪੇ ਲੀਵ ਲਈ। ਵਿਦਆਊਟ ਪੇ ਲੀਵ ਲੈਣ ਤੋਂ ਬਾਅਦ ਮੈਂ ਜੰਗਲਾਂ ਦਾ ਭ੍ਰਮਣ ਸ਼ੁਰੂ ਕੀਤਾ। ਸ਼ੌਂਕ ਸ਼ੁਰੂ ਤੋਂ ਸੀਗਾ। ਹੌਲੀ ਹੌਲੀ ਜਦੋਂ ਮੈਂ ਜੰਗਲਾਂ ਦਾ ਭ੍ਰਮਣ ਇਸ ਕਰਕੇ ਸ਼ੁਰੂ ਕੀਤਾ ਵੀ 6 ਮਹੀਨੇ ਸਟ੍ਰੈਸ ਫ੍ਰੀ ਲਾਈਫ ਜੀ ਲਵਾਂ। ਪਰ ਮੈਂ ਤਾਂ ਸਟ੍ਰੈਸ ਫ੍ਰੀ ਹੋ ਗਿਆ, ਪਰ ਜਿਹੜੀ ਸਟ੍ਰੈਸ ਮੈਨੂੰ ਪੰਛੀਆਂ ਦੀ ਮਹਿਸੂਸ ਹੋਈ, ਜਿਹੜੀ ਸਟ੍ਰੈਸ ਮੈਨੂੰ ਵਾਈਲਡ ਲਾਈਫ 'ਚ ਮਹਿਸੂਸ ਹੋਈ, ਜਿਹੜੀ ਸਟ੍ਰੈਸ ਮੈਨੂੰ ਬੇਜ਼ੁਬਾਨੇ ਜਾਨਵਰਾਂ 'ਚ ਮਹਿਸੂਸ ਹੋਈ, ਜਿਹੜੀ ਸਟ੍ਰੈਸ ਮੈਨੂੰ ਬੇਜ਼ੁਬਾਨੇ ਪਕਸ਼ੀਆਂ 'ਚ ਮਹਿਸੂਸ ਹੋਈ ਔਰ ਬੇਜ਼ੁਬਾਨੇ ਦਰਖਤਾਂ ਦੇ ਵਿੱਚ ਮਹਿਸੂਸ ਹੋਈ, ਮੇਰੇ ਅੰਦਰੋਂ ਜਿਹੜੀ ਇਹ ਆਵਾਜ਼ ਆਈ ਤੇ ਮੈਨੂੰ ਇਹਨਾਂ ਬੇਜ਼ੁਬਾਨੇ ਦੀ ਜਵਾਨ ਬਣ ਕੇ ਜੀਣਾ ਚਾਹੀਦਾ। ਤੇ ਤੁਹਾਨੂੰ ਪਤਾ ਕਿ ਜਿਹੜੀ ਫੋਟੋਗ੍ਰਾਫਸ ਤੇ ਵੀਡੀਓ ਆ ਉਹ ਆਲਵੇਜ਼ ਇੰਪੈਕਟ ਮੋਰ ਔਨ ਦਾ ਮਾਈਂਡ। ਤੋ ਉਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ, ਯਾਨੀ ਬੇਜ਼ੁਬਾਨਿਆਂ ਦੀ ਜ਼ੁਬਾਨ ਨੂੰ, ਉਹਨਾਂ ਦੇ ਭਾਵਾਂ ਨੂੰ, ਫੀਲਿੰਗਸ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਮੈਂ ਕੈਮਰਾ ਚੱਕਿਆ ਤੇ ਮੋਰ ਦੈਨ 292 ਸਪੀਸ਼ੀਜ਼ ਜਿਹੜੀਆਂ ਉਹ ਕਵਰ ਕੀਤੀਆਂ, ਉਹਦੀਆਂ ਐਲਬਮਸ ਬਣਾਈਆਂ, ਲੋਕਾਂ ਨੂੰ ਦਿਖਾਈਆਂ, ਤਾਂ ਕਿ ਲੋਕੀ ਭਾਵਨਾਤਮਕ ਤੌਰ ਦੇ ਉੱਤੇ ਥੋੜਾ ਜਿਹਾ ਕੁਦਰਤ ਦੇ ਨਾਲ ਇੱਕ ਸਟੈਪ ਹੋਰ ਅੱਗੇ ਆ ਸਕਣ, ਜੁੜ ਸਕਣ ਤੇ ਬਚਾ ਸਕਣ। ਵੈਰੀ ਨਾਈਸ। ਔਰ ਬਹੁਤ ਚੀਜ਼ ਸੀ ਕਿ ਮਤਲਬ ਇੰਨੀਆਂ ਸਾਰੀਆਂ ਸਪੀਸ਼ੀਜ਼ ਦੀਆਂ ਜਿਹੜੀਆਂ ਤੁਸੀਂ ਵਾਈਲਡ ਲਾਈਫ ਫੋਟੋਗ੍ਰਾਫੀ ਦੇ ਜ਼ਰੀਏ ਹਨਾ ਲੱਭੀਆਂ ਔਰ ਕੈਪਚਰ ਕੀਤੀਆਂ ਤਾਂ ਕਿ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਜਾ ਸਕੇ। ਔਰ ਮੈਨੂੰ ਵੀ ਪਤਾ ਲੱਗਾ ਕਿ ਇੱਕ ਖਾਸ ਕਿਸਮ ਦੀ ਰੇਸ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਸਟੇਟ ਲੈਵਲ ਤੇ ਕੰਪੀਟੀਸ਼ਨ ਕੀਤਾ ਹੈ। ਇਸ ਬਰਡ ਰੇਸ, ਜਿਹੜੀ ਪੰਛੀਆਂ ਦੀ ਰੇਸ ਹੈ, ਇਹਦੇ ਬਾਰੇ ਥੋੜਾ ਕੁਝ ਦੱਸੋ। ਇਹ ਮਿਲਟਰੀ ਲਿਟਰੇਰੀ ਫੈਸਟੀਵਲ ਦੇ ਦੌਰਾਨ, ਕਿਉਂਕਿ ਜਿੰਨੇ ਵੀ ਆਪਣੇ ਇੰਟੈਲੈਕਚੁਅਲ ਵਰਗ ਹੈਗਾ ਜੀ ਪੂਰੇ ਪੰਜਾਬ ਦਾ, ਪੂਰੇ ਭਾਰਤ ਵਰਸ਼ ਦਾ, ਉਹਨਾਂ ਨੂੰ ਪਤਾ ਵੀ ਕੁਦਰਤ ਨਾਲ ਆਪਾਂ ਕਿਸ ਤਰ੍ਹਾਂ ਕਿੱਦਾਂ ਆਪਾਂ ਜੋੜ ਸਕਦੇ ਹਾਂ। ਤਾਂ ਜਿੱਦਾਂ ਨਾਰਮਲ ਰੇਸਿਸ ਹੁੰਦੀਆਂ, ਇੱਦਾਂ ਉਹਨਾਂ ਨੇ ਬਰਡ ਰੇਸ ਮਿਲਟਰੀ ਲਿਟਰੇਰੀ ਫੈਸਟੀਵਲ ਦੇ ਦੌਰਾਨ ਇੱਕ ਆਰਗੇਨਾਈਜ਼ ਕੀਤੀ ਸੀਗੀ। ਮੇਰੇ ਲਈ ਵੀ ਇਹ ਫਸਟ ਐਕਸਪੀਰੀਅੰਸ ਸੀਗਾ ਐਂਡ ਫੋਰਚੂਨੇਟਲੀ ਐਂਡ ਮੇਰੀ ਜਿਹੜੀ ਟੀਮ ਇੰਨੀ ਆਪਾਂ ਵਧੀਆ ਸੀਗੀ ਕਿ ਆਪਾਂ ਸਭ ਤੋਂ ਵੱਧ ਸਪੀਸ਼ੀਜ਼ ਉੱਤੇ ਕਾਊਂਟ ਕਰਕੇ ਫਸਟ ਪੋਜੀਸ਼ਨ ਆਲ ਓਵਰ ਸਟੇਟ ਆਪਾਂ ਹਾਸਲ ਕੀਤੀ ਹੈ। ਬਰਡ ਰੇਸ ਦਾ ਮਤਲਬ
ਇਹੀ ਹੈ ਕਿ ਸਾਨੂੰ ਏਰੀਆ ਦਿੱਤਾ ਜਾਂਦਾ ਔਰ ਉਸ ਏਰੀਆ ਦੇ ਵਿੱਚ ਆਪਾਂ ਭ੍ਰਮਣ ਕਰਦੇ ਹਾਂ ਤੇ ਟਾਈਮ ਹੁੰਦਾ ਵੀ 9 ਵਜੇ ਤੋਂ ਲੈ ਕੇ ਜੀ ਜਾਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਤੇ ਆਪਾਂ ਬਰਡ ਸਪੀਸ਼ੀਜ਼ ਨੂੰ ਕਾਊਂਟ ਕਰਨਾ ਤੇ ਉੱਥੇ ਜੋ ਵੀ ਰੇਅਰ ਸਪੀਸ਼ੀਜ਼ ਆ ਜਾਂਦੀਆਂ ਉਹਨੂੰ ਆਪਾਂ ਫੋਟੋਗ੍ਰਾਫ ਵੀ ਕਰਨਾ। ਇਹ ਨਹੀਂ ਵੀ ਆਪਾਂ ਹਵਾ 'ਚ ਕਹਿ ਦਈਏ ਵੀ ਇੰਨੀਆਂ ਪ੍ਰਜਾਤੀਆਂ, ਉਹਨਾਂ ਦੇ ਨਾਮ ਲਿਖਣੇ ਔਰ ਉਹਨਾਂ ਨੂੰ ਫੋਟੋਗ੍ਰਾਫ ਕਰਨਾ। ਉਹ ਕਿਸੇ ਵੀ ਜਿੱਦਾਂ ਪਿਕ ਐਂਡ ਚੂਜ਼ ਸੈਂਪਲ ਟੈਸਟਿੰਗ ਹੁੰਦੀ ਆ, ਤੁਹਾਡੀ ਤੁਸੀਂ ਕਿਹਾ ਜੀ 101 ਸਪੀਸ਼ੀਜ਼, ਉਹ ਕਹਿੰਦੇ ਜੀ 57th ਕਿਹੜੀ ਸੀਗੀ ਤੇ ਸਾਨੂੰ ਆਪਣੇ ਕੈਮਰੇ 'ਚ ਫਿਰ ਉਹ ਦਿਖਾਣੀ ਪੈਂਦੀ ਹੈ ਵੀ ਜੀ ਆਹ ਸੀਗੀ। ਸੋ ਵਿਦ ਫੋਟੋਗ੍ਰਾਫਿਕ ਐਵੀਡੈਂਸ ਆਪਾਂ ਨੂੰ ਦੱਸਣਾ ਪੈਂਦਾ। ਸੋ ਦੈਟਸ ਵਾਈ that's the way we won that race in 2018 during military literary festival। ਇਹ ਸੀ ਜੀ bird race, virtual bird race। that is very interesting sir। ਬਹੁਤ ਹੀ ਅਲੱਗ ਔਰ ਡਿਫਰੈਂਟ ਚੀਜ਼ ਜਿਹੜੀ ਸਾਨੂੰ ਸੁਣਨ ਨੂੰ ਵੀ ਮਿਲੀ ਔਰ ਜਦੋਂ ਤੁਸੀਂ ਐਕਸਪੀਰੀਅੰਸ ਕੀਤੀ ਹੋਏਗੀ ਤਾਂ ਬਹੁਤ ਹੀ ਵਧੀਆ ਰਿਹਾ ਹੋਏਗਾ। ਆਈ ਐਮ ਵੈਰੀ ਸ਼ੋਰ। ਬਿਲਕੁਲ। ਔਰ ਇੱਕ ਹੋਰ ਚੀਜ਼ ਇਸ ਤੋਂ ਰਿਲੇਟਡ ਤੁਸੀਂ ਦੱਸੀ ਸੀ ਕਿ ਨੇਚਰ ਦੇ ਵਿੱਚ ਰਹਿੰਦਿਆਂ ਜਦੋਂ ਇਹਨਾਂ ਬਰਡਸ ਦੇ ਨਾਲ ਤੁਸੀਂ ਆਪਣੀ ਇੰਟਰੈਕਸ਼ਨ ਕਰ ਰਹੇ ਸੀ ਥਰੂ ਯੋਰ ਫੋਟੋਗ੍ਰਾਫੀ ਸਕਿੱਲਸ ਹਨਾ, ਜਾਂ ਜਦੋਂ ਤੁਸੀਂ ਐਕਸਪਲੋਰ ਕਰ ਰਹੇ ਸੀ ਇਹਨਾਂ ਸਪੀਸ਼ੀਜ਼ ਨੂੰ, ਉਦੋਂ ਇੱਕ ਨੇਚਰ ਬੇਸਡ ਮਿਊਜ਼ਿਕ ਤੁਸੀਂ ਡਿਵੈਲਪ ਕੀਤਾ ਜੋ ਬਹੁਤ ਹੈਲਪਫੁਲ ਹੈ ਇਨ ਮੈਡੀਟੇਸ਼ਨ ਐਂਡ ਇੱਕ ਪ੍ਰੋਸੈਸ ਹੁੰਦੀ ਹੈ ਆਪਣਾ ਕਨਸੈਂਟਰੇਸ਼ਨ ਔਰ ਫੋਕਸ ਸਟੇਨ ਕਰਨ ਦੀ, ਸਟੂਡੈਂਟਸ ਨੂੰ ਬੇਸਿਕਲੀ ਬਹੁਤ ਜ਼ਰੂਰਤ ਹੁੰਦੀ ਹੈ। ਉਹਦੇ ਬਾਰੇ ਕੁਝ ਦੱਸੋ। ਦੇਖੋ, ਜਦੋਂ ਆਪਾਂ ਕੁਦਰਤ ਦੇ ਆਸਪੈਕਟਸ ਨੂੰ ਜਦ ਤੱਕ ਆਪਾਂ ਇਨਸਾਨਾਂ ਤੱਕ ਨਹੀਂ ਲੈ ਕੇ ਜਾਂਦੇ ਤਦ ਤੱਕ ਕਈ ਵਾਰ ਸਾਨੂੰ ਉਹਦੀ ਇੰਪੋਰਟੈਂਸ ਪਤਾ ਨਹੀਂ ਲੱਗਦੀ। ਆਪਾਂ ਹੁਣ ਤੱਕ ਕੁਦਰਤ ਨੂੰ ਕੀ ਸਮਝਦੇ ਹਾਂ, ਅਸੀਂ ਇਹੀ ਸਮਝਦੇ ਜੀ ਬਸ ਠੀਕ ਹੈ ਜੀ, ਆਕਸੀਜਨ ਮਿਲਦੀ ਹੈ, ਛਾਇਆ ਮਿਲਦੀ ਹੈ, ਦੈਟਸ ਇਟ। ਪਰ ਇਹ ਜਿਹੜੇ ਬਰਡਸ ਦੀ ਸਾਊਂਡਸ ਹੈ, ਮੈਂ ਦੱਸਣਾ ਚਾਹੂੰਗਾ ਕਿ ਜਦੋਂ ਮੈਂ ਇਹ ਚੀਜ਼ ਨੂੰ ਪੜ੍ਹਿਆ ਕਿ ਜਿਨ੍ਹਾਂ ਨੇ ਵੀ ਸਾਰੇ ਗਮਾ ਪਾ ਜਿਹੜੇ 7 ਸਵਰ ਸਾਡੇ ਯਾਨੀ ਕਿ ਬਣੇ ਆ, ਇਹਨਾਂ ਸਵਰਾਂ ਦਾ ਜਿਹੜਾ ਬੇਸ ਹੈ ਉਹ ਨੈਚੁਰਲ ਸਾਊਂਡਸ ਹੈ ਤੇ ਕਿਹਾ ਜਾਂਦਾ ਵੀ 7 ਸਵਰਾਂ ਦੇ ਵਿੱਚੋਂ ਜਿਹੜੇ 4 ਸਵਰ ਹੈ ਉਹ ਜਿਹੜੇ ਵੀ ਮਿਊਜ਼ੀਸ਼ੀਅਨ ਸੀਗੇ ਉਹਨਾਂ ਨੇ ਬਰਡ ਸਾਊਂਡਸ ਤੋਂ ਹੀ ਕਲੈਕਟ ਕੀਤੇ ਸੀਗੇ। ਤੇ ਮਿਊਜ਼ਿਕ ਦਾ ਐਡਾ ਤਕੜਾ ਪ੍ਰਭਾਵ ਹੈ। ਤੁਸੀਂ ਦੇਖੋ ਪਿੱਛੇ ਜਿੱਦਾਂ ਆਪਾਂ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀ ਵੀ ਆਪਾਂ ਗੱਲ ਕਰਦੇ ਹਾਂ ਕਿ ਕਿੰਨੀ ਜ਼ਿਆਦਾ ਉਹ ਹਾਈਪ ਕ੍ਰੀਏਟ ਕਰ ਦਿੰਦੇ ਸੀਗੇ ਤੇ ਕਾਮਿੰਗ ਮਿਊਜ਼ਿਕ ਜਿਹੜਾ ਆ ਉਹ ਬਿਲਕੁਲ ਇਹਦੇ ਆਪੋਜ਼ਿਟ ਯਾਨੀ ਕਿ ਬੰਦੇ ਨੂੰ ਸ਼ਾਂਤ ਵੀ ਕਰ ਸਕਦਾ। ਪਰ ਜਿਹੜਾ ਨੈਚੁਰਲ ਮਿਊਜ਼ਿਕ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਮੈਡਮ ਇੰਪੈਕਟ ਹੈ। ਤੇ ਮੈਂ 1.5 ਸਾਲ ਲਾ ਕੇ ਪੰਛੀਆਂ ਦੀਆਂ ਆਵਾਜ਼ਾਂ, ਝਰਨਿਆਂ ਦੀਆਂ ਆਵਾਜ਼ਾਂ, ਨੈਚੁਰਲ ਪਾਣੀ ਜਦੋਂ ਟਿਪ ਟਿਪ ਬਾਰਿਸ਼ ਤੋਂ ਬਾਅਦ ਦੀਆਂ ਆਵਾਜ਼ਾਂ, ਉਹ ਸਾਰੀਆਂ ਆਵਾਜ਼ਾਂ ਨੂੰ ਇਕੱਠੇ ਕੀਤਾ, ਉਹਨਾਂ ਨੂੰ ਇੱਕ ਫ੍ਰੀਕੁਐਂਸੀ ਦੇ ਉੱਤੇ ਮਿਕਸ ਕੀਤਾ, ਬ੍ਰੇਨ ਵੇਵਸ ਦੇ ਨਾਲ ਮਿਕਸ ਕੀਤਾ ਤੇ ਉਹ ਜਿਹੜਾ ਮੇਰਾ ਮਿਊਜ਼ਿਕ ਹੈਗਾ ਆ, ਜੇ ਆਪਾਂ ਨੂੰ ਇਨਸੋਮਨੀਆ ਦੀ ਦਿੱਕਤ ਆ, ਨੀਂਦ ਨਹੀਂ ਆਉਂਦੀ, ਆਪਾਂ ਉਹ 'ਚ ਯੂਜ਼ ਕਰ ਸਕਦੇ ਹਾਂ। ਜੇ ਬੱਚੇ ਪੜ੍ਹਾਈ 'ਚ ਕੰਸਨਟਰੇਟ ਨਹੀਂ ਕਰਦੇ ਆਪਾਂ ਉਹ 'ਚ ਯੂਜ਼ ਕਰ ਸਕਦੇ ਹਾਂ। ਆਪਾਂ ਮੈਡੀਟੇਸ਼ਨ ਦੇ ਵਿੱਚ ਵੀ ਉਹਨੂੰ ਯੂਜ਼ ਕਰ ਸਕਦੇ ਹਾਂ। ਤੇ ਉਹ 1.5 ਸਾਲ ਦੀ ਮੇਰੀ ਮਿਹਨਤ ਆ ਜਿਹੜੀ ਕਿ ਮੈਂ ਮਤਲਬ ਉਹ ਐਕਸਪੀਰੀਅੰਸ ਕੀਤਾ ਤੇ ਨਾਓ ਆਈ ਐਮ ਡਿਸੈਮੀਨੇਟਿੰਗ ਆਲ ਥੀਸ ਫਾਈਂਡਿੰਗਸ, ਲੋਕਾਂ ਤੱਕ ਪਹੁੰਚਾ ਰਿਹਾ ਵੀ ਇਹ ਜਿਹੜੇ ਬੇਜ਼ੁਬਾਨੇ ਆ ਸਾਨੂੰ ਬਿਨਾਂ ਕੁਝ ਦੱਸੇ, ਬਿਨਾਂ ਕੋਈ ਫੀਸ ਲਗਾਏ, ਕੋਈ ਬਿੱਲ ਨਹੀਂ ਆਉਂਦਾ ਇਹਨਾਂ ਦਾ, ਪਰ ਸਾਨੂੰ ਬਹੁਤ ਕੁਝ ਦੇ ਰਹੇ ਆ ਤੇ ਆਪਾਂ ਵੀ ਇਹਨਾਂ ਨੂੰ ਜੀਓ ਤੇ ਜੀਣ ਦਿਓ ਦੇ ਅਨੁਸਾਰ ਇਹਨਾਂ ਦਾ ਜਿਹੜਾ ਧਰਤੀ ਤੇ ਹੱਕ ਬਣਦਾ ਇਹਨਾਂ ਨੂੰ ਆਪਾਂ ਦੇ ਰੱਖੀਏ। ਓਹ ਵੈਰੀ ਨਾਈਸ। ਬਹੁਤ ਹੀ ਵਧੀਆ ਕੰਮ ਜਿਹੜਾ ਤੁਸੀਂ ਕਰ ਰਹੇ ਹੋ ਔਰ ਬਹੁਤ ਮਿਹਨਤ ਲੱਗੀ ਹੈ ਔਰ ਇਹਦੇ ਲਈ ਵਾਕਈ ਫੋਕਸ ਔਰ ਡੈਡੀਕੇਸ਼ਨ ਜਿਹੜੀ ਹੈਗੀ ਹੈ, ਫੋਕਸ ਹੋਣਾ ਔਰ ਡੈਡੀਕੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਔਰ ਇੱਕ ਤੁਸੀਂ ਦੱਸਿਆ ਸੀ ਕਿ ਨੈਚੁਰਲ ਬੇਸਡ ਗੇਮਸ ਵੀ ਤੁਸੀਂ ਜਿਹੜੀਆਂ ਡਿਵੈਲਪ ਕੀਤੀਆਂ, ਵਾਟ ਇਜ਼ ਦਿਸ ਜੰਗਲ ਐਡਵੈਂਚਰ ਔਰ ਬਰਡ ਆਈਡੈਂਟੀਫਿਕੇਸ਼ਨ ਮੈਚਿੰਗ? ਜੀ ਰਹਿਮਾਨਪੁਰ ਵਾਈਲਡ ਲਾਈਫ ਸੈਂਚੁਰੀ ਨੂੰ ਰੀਕਨੈਕਸ਼ਨ ਦਿੱਤਾ ਬੱਚਿਆਂ ਦਾ ਨੇਚਰ ਤੇ ਵਾਈਲਡ ਲਾਈਫ ਦਾ, ਬਾਰੇ ਥੋੜੀ ਰੋਸ਼ਨੀ ਪਾਓ। ਇਹ ਮੈਂ ਦੱਸਣਾ ਚਾਹੂੰਗਾ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਫੋਟੋਗ੍ਰਾਫੀ ਕੀਤੀ, ਪੋਇਟਰੀ ਬਹੁਤ ਲਿਖੀ, ਉਹ ਪੋਇਟਰੀ ਦਾ ਜ਼ਿਕਰ ਨਹੀਂ ਬਹੁਤਾ ਕਰ ਪਾਇਆ ਕਿਉਂਕਿ ਪ੍ਰੋਫਾਈਲ ਥੋੜਾ ਜਿਹਾ ਪਹਿਲਾਂ ਦਾ ਬਣਾਇਆ ਹੋਇਆ ਸੀਗਾ ਤੇ ਪੋਇਟਰੀ ਬਹੁਤ ਲਿਖੀ ਤੇ ਉਹ ਵੀ ਮੈਂ 2 ਲਾਈਨਾਂ ਸੁਣਾ ਕੇ ਤੁਹਾਡੇ ਕੋਲ ਵਿਦਾ ਲਾਉਂਗਾ। ਤੇ ਨੇਚਰ ਗੇਮਸ ਦੀ ਇੱਥੇ ਗੱਲ ਕਰਦੇ ਹਾਂ, ਜੰਗਲ ਐਡਵੈਂਚਰ ਗੇਮ ਆ ਮੈਡਮ ਬਹੁਤ ਵਧੀਆ। ਉਹ ਇੱਕ ਜੰਗਲ ਦੀ ਜਰਨੀ ਹੈ, ਉਹ ਜਿੱਦਾਂ ਆਪਾਂ ਲੂਡੋ ਖੇਡਦੇ ਹਾਂ ਏਦਾਂ ਉਹਦੇ ਚ ਕਾਰਡਸ ਤੇ ਗੀਟੀਆਂ ਹੈ ਜੀ ਤੇ ਉਹ ਜਰਨੀ ਹੈ ਤੇ ਉਹ ਜਰਨੀ ਬੱਚੇ ਨੂੰ ਇਹ ਸਿਖਾਉਂਦੀ ਹੈ ਕਿ ਜੇ ਮੈਨੂੰ ਐਲੀਗੇਟਰ ਮਿਲ ਗਿਆ ਤਾਂ ਮੈਂ ਉਹਨੂੰ ਕਿਸ ਕਾਰਡ ਦਾ ਭੋਜਨ ਦੇਣਾ ਆ। ਉਹ ਕਾਰਡ ਦੇ ਉੱਤੇ ਫਿਕਸ ਬਣੀਆਂ ਹੋਈਆਂ ਵੀ ਇਹ ਖਰਗੋਸ਼ ਖਾਂਦਾ ਹੈ ਜਾਂ ਗੋਟ ਖਾਂਦਾ, ਜੇ ਉਹ ਦੇਗਾ ਤਾਂ ਠੀਕ ਹੈ, ਨਹੀਂ ਤਾਂ ਤੁਹਾਡੀ ਲਾਈਫ ਐਂਡ ਹੈ। ਤੇ ਇਹ ਸਾਰਾ ਬਹੁਤ ਇੱਕ ਇੰਟਰਸਟਿੰਗ ਮੈਂ ਬੋਰਡ ਗੇਮ ਬਣਾਈ ਜੀ, ਬੋਰਡ ਗੇਮ ਫਿਜ਼ੀਕਲ ਗੇਮ ਇਹ ਬਣਾਈ ਸੀਗੀ। ਤੇ ਜਿਹੜੀ ਬਰਡ ਮੈਚਿੰਗ ਤੇ ਬਰਡ ਆਈਡੈਂਟੀਫਿਕੇਸ਼ਨ ਗੇਮ ਆ ਉਹ ਬੱਚਿਆਂ ਨੂੰ ਕੁਦਰਤ ਦੇ ਪ੍ਰਤੀ ਪ੍ਰੇਰਿਤ ਕਰਨ ਦੇ ਲਈ ਵੀ ਆਪਾਂ ਬਰਡ ਮੈਚਿੰਗ ਕਰਵਾਉਣੀ ਹੈ। ਜਦੋਂ ਮੈਚਿੰਗ ਹੋ ਜਾਂਦੀ ਹੈ ਤਾਂ ਉਹਦੇ ਪੁਆਇੰਟਸ ਬਣਦੇ ਆ, ਉਹਦੇ ਵਿੱਚ ਕੀ ਆ ਬਰਡ ਦੀਆਂ ਫੋਟੋਗ੍ਰਾਫਸ ਆ ਰਾਈਟ ਸਾਈਡ ਐਂਡ ਲੈਫਟ ਸਾਈਡ, ਉਹਨੂੰ ਢੱਕ ਕੇ ਤੇ ਆਪਾਂ ਬੱਚਿਆਂ ਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਵੀ ਰੈੱਡ ਮੁਨੀਆ ਆ, ਇਹ ਸਾਡਾ ਜਕੋਬਿਨ ਕੁੱਕੂ ਹੈ, ਇਹ ਸਾਡਾ ਪਪੀਹਾ ਆ, ਇਹ ਫਲਾਣਾ ਫਲਾਣੇ, ਤਾਂ ਆਪਾਂ ਸਾਰਿਆਂ ਨੂੰ ਚਿੜੀਆਂ ਹੀ ਕਹਿੰਦੇ ਆ। ਠੀਕ ਹੈ ਜੀ। ਸੋ ਇਹ ਗੇਮਸ ਬੱਚਿਆਂ ਦੇ ਵਿੱਚ ਉਹ ਭਾਵਨਾਵਾਂ ਨੂੰ ਪੈਦਾ ਕਰਨ ਦੇ ਲਈ ਬਣਾਈਆਂ ਸੀਗੀਆਂ ਔਰ ਵਾਈਲਡ ਲਾਈਫ ਡਿਪਾਰਟਮੈਂਟ ਨੂੰ ਮੈਂ ਹੈਂਡਓਵਰ ਕੀਤੀਆਂ ਸੀ ਤੇ ਪਰਚੇਜ਼ਡ ਫਰੋਮ ਮਾਈ NGO in 2018 and 19। ਉਹਦੇ ਵਿੱਚ ਆਪਾਂ ਜਿਹੜੇ ਕੰਪੀਟੀਸ਼ਨ ਕਰਵਾਉਂਦੇ ਸੀਗੇ ਵਰਲਡ এনवायरमेंट ਡੇ ਦੇ ਉੱਤੇ
ਜਾਂ ਫਿਰ ਵਰਲਡ ਵਾਈਲਡ ਲਾਈਫ ਵੀਕ ਦੇ ਉੱਤੇ, ਵਰਲਡ ਪੈਂਗੋਲਿਨ ਡੇ ਤੇ, ਵਰਲਡ ਸਪੈਰੋ ਡੇ ਦੇ ਉੱਤੇ देयर आर सो many days which we are celebrating solely as well as along with the Department of Forest and Wildlife Preservation। ਤੇ ਉੱਥੇ ਉਹ ਪ੍ਰਾਈਜ਼ ਦੇ ਰੂਪ ਦੇ ਵਿੱਚ ਉਹ ਗੇਮਾਂ ਜਿਹੜੀਆਂ ਬੱਚਿਆਂ ਨੂੰ ਫਿਰ ਉਹ ਦਿੱਤੀਆਂ ਜਾਂਦੀਆਂ ਤਾਂ ਕਿ ਬੱਚੇ ਹੋਰ ਰੀਕਨੈਕਟ ਹੋ ਸਕਣ। ਵੈਰੀ ਨਾਈਸ। ਅਮਨਦੀਪ ਜੀ, ਤੁਸੀਂ ਇੱਕੋ ਹੀ ਟਾਈਮ ਤੇ ਕਿੰਨੇ ਸਾਰੇ ਕੰਮ ਕਰ ਰਹੇ ਹੋ, ਬਟ ਉਹ ਸਾਰਿਆਂ ਦਾ ਬੇਸ ਇਹੀ ਹੈ ਕਿ ਤੁਸੀਂ ਨੇਚਰ ਦੇ ਨਾਲ ਜੁੜੇ ਹੋਏ ਹੋ। ਨੇਚਰ ਨੂੰ ਹੀ ਪ੍ਰਜ਼ਰਵ ਕਰਨਾ ਮੈਂ, ਮਿਊਜ਼ਿਕ है ना, और फिशेस, वाइल्ड लाइफ फोटोग्राफी, कंडी बेल्ट ਦੇ ਉੱਤੇ ਤੁਹਾਡਾ ਪੂਰਾ ਕੰਮ ਹੈ। ਔਰ ਇੱਕ ਬਹੁਤ ਅੱਛੀ ਤੁਸੀਂ ਗੱਲ ਕੀਤੀ ਸੀ, ਤੁਸੀਂ ਰੀਕਨੈਕਟ ਕਰ ਰਹੇ ਹੋ ਫੋਰੈਸਟ ਪੀਪਲ ਔਰ ਸਿਟੀ ਪੀਪਲ ਨੂੰ। ਯੈਸ ਹਾਂਜੀ ਉਹਦੇ ਬਾਰੇ ਕਿਉਂਕਿ ਟਾਈਮ ਥੋੜਾ ਘੱਟ ਹੈ, ਹਾਂਜੀ ਜਾਣਕਾਰੀ ਉਹਦੇ ਬਾਰੇ ਵੀ ਸਾਡੇ ਨਾਲ ਸਾਂਝੀ ਕਰੋ। ਤਾਂ ਪਿੰਡ ਤਖਣੀ ਰਹਿਮਾਪੁਰ ਤੇ ਰਹਿਮਾਪੁਰ ਦੇ ਵਿੱਚ ਇੱਕ ਤਖਣੀ ਰਹਿਮਾਪੁਰ ਵਾਈਲਡ ਲਾਈਫ ਸੈਂਚੁਰੀ ਹੈਗੀ ਜੀ। ਉੱਥੇ ਅਸੀਂ ਆਪਣਾ 25 ਮਰਲਾ ਜਿਹੜੀ ਜਗ੍ਹਾ ਲੈ ਕੇ ਸੰਸਥਾ ਵੱਲੋਂ ਉੱਥੇ ਗਿਆਨ ਸਭਾ ਕੇਂਦਰ ਖੋਲਿਆ। ਗਿਆਨ ਸਭਾ ਕੇਂਦਰ ਇਜ਼ ਜਸਟ ਟੂ ਡਿਸੈਮੀਨੇਟ ਦਾ ਇਨਫੋਰਮੇਸ਼ਨ ਐਜ਼ ਵੈਲ ਐਜ਼ ਦਾ ਟੈਕਨੀਕਸ ਆਫ ਦਾ ਮਾਈਂਡ, ਤਾਂ ਕਿ ਜਿਹੜੇ ਲੋਕ ਆ ਉਹ ਕੁਦਰਤ ਦੇ ਪ੍ਰਤੀ ਪ੍ਰੇਰਿਤ ਹੋ ਸਕਣ। ਤੇ ਮਹੀਨੇ ਦੇ ਵਿੱਚ ਆਪਾਂ 2 ਸੰਡੇ ਜਿਹੜੇ ਸਿਟੀ ਪੀਪਲ ਹੈਗੇ ਆ ਉਹਨਾਂ ਦੇ ਲਈ ਉੱਥੇ ਗੈਟ ਟੂਗੇਦਰ ਰੱਖੀ ਦੀ ਹੈ ਜੀ, ਫ੍ਰੀ ਆਫ ਕਾਸਟ। ਤੇ ਉਹ 2 ਸੰਡੇ ਮੇਰੇ ਨਾਲ ਜੰਗਲ 'ਚ ਘੁੰਮ ਸਕਦੇ ਆ, ਠੀਕ ਹੈ ਜੀ। ਤੇ ਜੰਗਲ ਦੇ ਵਿੱਚ ਭ੍ਰਮਣ ਕਰਕੇ ਬਰਡਸ ਨੂੰ ਦੇਖ ਸਕਦੇ ਆ, ਮੈਡੀਟੇਸ਼ਨ ਕਰ ਸਕਦੇ ਆ। ਫਿਰ ਜਿਹੜਾ ਸਾਡਾ ਗਿਆਨ ਸਭਾ ਕੇਂਦਰ ਆ ਉੱਥੇ ਸਾਡੀ ਡਿਸਕਸ਼ਨ ਹੁੰਦੀ ਹੈ 15 ਤੋਂ 20 ਮਿੰਟ ਦੀ, ਤੇ ਨਾਲ ਦੇ ਨਾਲ ਜੋ ਵੀ ਭੋਜਨ ਆਪਣਾ ਲੈ ਕੇ ਆਏ ਹੁੰਦੇ ਆ, ਆਪਾਂ ਇੱਕ ਇਕੱਠੇ ਮਿਲ ਕੇ ਸ਼ੇਅਰਿੰਗ ਦੇ ਵਿੱਚ ਉਹ ਭੋਜਨ ਉੱਥੇ ਆਪਾਂ ਕਰਦੇ ਆ, ਤਾਂ ਕਿ ਉਹਨਾਂ ਨੂੰ ਜਿਹੜਾ ਜੰਗਲ ਦਾ ਐਕਸਪੀਰੀਅੰਸ ਹੋ ਸਕੇ, ਜੰਗਲ ਦੀ ਐਜੂਕੇਸ਼ਨ ਮਿਲ ਸਕੇ, ਤੇ ਉਹ ਲੋਕ ਜਦੋਂ ਵੀ ਜਿਹੜੀਆਂ ਵੀ ਪੋਸਟਾਂ ਦੇ ਉੱਤੇ ਜਾਣ ਤੇ ਉਹ ਜਿਹੜੇ ਆ ਨੇਚਰ ਕੰਜ਼ਰਵੇਸ਼ਨ ਦੇ ਵਿੱਚ, ਵਾਈਲਡ ਲਾਈਫ ਕੰਜ਼ਰਵੇਸ਼ਨ ਦੇ ਵਿੱਚ ਆਪਣਾ ਰੋਲ ਅਦਾ ਕਰ ਸਕਦੇ। ਓ ਵੈਰੀ ਨਾਈਸ। ਤੋ ਹੁਣ ਸਾਡੇ ਕੋਲ ਟਾਈਮ ਦੀ ਥੋੜੀ ਘਾਟ ਹੈ, ਜਾਂਦੇ ਜੇ ਕੁਝ ਪੋਇਟੀਕਲ ਲਾਈਨਸ ਜੋ ਤੁਸੀਂ ਲਿਖਣ ਦਾ ਤੁਹਾਨੂੰ ਸ਼ੌਂਕ ਹੈ, ਹਾਂਜੀ ਸਾਡੇ ਸਰੋਤਿਆਂ ਦੇ ਨਾਲ। ਇੱਕ ਮਾਫੀਨਾਮਾ ਲਿਖਿਆ ਸੀਗਾ ਮੈਂ, ਉਹਦਾ ਇੱਕ ਸਟੈਂਜਾ ਤੁਹਾਡੇ ਨਾਲ ਸ਼ੇਅਰ ਕਰਦਾ ਪਈ। ਮੈਂ ਲਾਲਚ ਦੇ ਵਸ ਆ ਕੇ ਮਾਂ ਹੱਥ ਕੰਡੇ ਕਈ ਅਪਣਾਏ ਨੇ, ਧਰਤੀ ਮਾਂ ਨੂੰ ਸੰਬੋਧਿਤ ਹੈ। ਮੈਂ ਲਾਲਚ ਦੇ ਵਸ ਆ ਕੇ ਮਾਂ ਹੱਥ ਕੰਡੇ ਕਈ ਅਪਣਾਏ ਨੇ, ਵਿਗਿਆਨ ਦੇ ਨਾਂ ਤੇ ਜ਼ਹਿਰ ਹਜ਼ਾਰਾਂ ਤੇਰੇ ਤੇ ਅਜਮਾਏ ਨੇ। ਮੈਂ ਡਰ ਗਿਆ ਆਪਣਾ ਸੋਚ ਅੱਗਾ, ਹੁਣ ਤੂੰ ਹੀ ਕੁਝ ਹਿਸਾਬ ਕਰੀ। ਮੈਂ ਮਾਫੀ ਦੇ ਤਾਂ ਕਾਬਲ ਨਹੀਂ, ਹੋ ਸਕੇ ਤਾਂ ਮੈਨੂੰ ਮਾਫ ਕਰੀ, ਧਰਤੀ ਮਾਂ ਮੈਨੂੰ ਮਾਫ ਕਰੀ। ਮੈਂ ਅੰਮ੍ਰਿਤ ਵਰਗੇ ਪਾਣੀ ਵੀ ਜ਼ਹਿਰੀ ਸਭ ਬਣਾ ਦਿੱਤੇ, ਫੈਕਟਰੀ ਗੱਡੀਆਂ ਅਤੇ ਪਟਾਖਿਆਂ ਨਾਲ ਆਸਮਾਨ ਧੁੰਦਲਾ ਦਿੱਤੇ। ਗੁਰੂ ਪਿਤਾ ਜਿਨ੍ਹਾਂ ਨੂੰ ਕਹਿੰਦੇ ਸੀ ਹਵਾ ਪਾਣੀ ਵੀ ਵਿਕਣੇ ਲਾ ਦਿੱਤੇ। ਹੁਣ ਘਰ ਪਰਤਣਾ ਚਾਹੁੰਦਾ ਹਾਂ, ਕਿੰਜ ਮੁੜਾ ਮੈਂ ਤੂੰ ਰਾਹ ਸਾਫ਼ ਕਰੀ। ਮੈਂ ਮਾਫੀ ਦੇ ਤਾਂ ਕਾਬਲ ਨਹੀਂ, ਹੋ ਸਕੇ ਤਾਂ ਮੈਨੂੰ ਮਾਫ ਕਰੀ, ਧਰਤੀ ਮਾਂ ਮੈਨੂੰ ਮਾਫ ਕਰੀ। ਤੇ ਲਾਸਟ ਜ਼ਰੂਰ ਬੋਲੂੰਗਾ, ਇਹਦਾ ਸੋਲੂਸ਼ਨ ਹੈ ਕੁਝ ਗਿਆ ਨਹੀਂ ਬੇਰਾਂ ਡੁੱਲਿਆਂ ਦਾ, ਸਮਾਂ ਅਜੇ ਵੀ ਬਾਕੀ ਏ, ਜੇ ਬੇਲੀ ਅੱਜ ਵੀ ਮੁੜ ਪਈਏ ਰੁਕ ਸਕਦੀ ਏ ਬਰਬਾਦੀ ਏ। ਆਓ ਹਵਾ ਪਾਣੀ ਤੇ ਧਰਤੀ ਨੂੰ ਗੁਰੂ ਪਿਓ ਮਾਂ ਦਾ ਦਰਜਾ ਦਈਏ, ਆਓ ਹਵਾ ਪਾਣੀ ਤੇ ਧਰਤੀ ਨੂੰ ਗੁਰੂ ਪਿਓ ਮਾਂ ਦਾ ਦਰਜਾ ਦਈਏ। ਗੱਲ ਖਾਨੇ ਮੇਰੇ ਪੈ ਜਾਵੇ, ਗੱਲ ਖਾਨੇ ਮੇਰੇ ਪੈ ਜਾਵੇ, ਐਸੀ ਨੀਅਤ ਮੇਰੀ ਸਾਫ਼ ਕਰੀ। ਮੈਂ ਮਾਫੀ ਦੇ ਤਾਂ ਕਾਬਲ ਨਹੀਂ, ਧਰਤੀ ਮਾਂ ਮੈਨੂੰ ਮਾਫ ਕਰੀ, ਧਰਤੀ ਮਾਂ ਮੈਨੂੰ ਮਾਫ ਕਰੀ। ਓ ਵੈਰੀ ਨਾਈਸ, ਥੈਂਕ ਯੂ ਸੋ ਮਚ ਸਰ, ਤੁਸੀਂ ਸਾਡੇ ਪ੍ਰੋਗਰਾਮ ਲਈ ਇੰਨਾ ਟਾਈਮ ਕੱਢਿਆ ਔਰ ਇੰਨੀ ਅੱਛੀ ਔਰ ਇੰਟਰਸਟਿੰਗ ਜਾਣਕਾਰੀ ਜਿਹੜੀ ਹੈਗੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਔਰ ਪ੍ਰੋਗਰਾਮ ਲਈ ਬਹੁਤ ਸ਼ੁਕਰੀਆ, ਲੋਕਾਂ ਨੂੰ ਇੰਸਪਾਇਰ ਕਰਨ ਲਈ ਬਹੁਤ ਸ਼ੁਕਰੀਆ। ਜੋ ਕੰਮ ਤੁਸੀਂ ਸੁਸਾਇਟੀ ਔਰ ਨੇਚਰ ਲਈ ਕਰ ਰਹੇ ਹੋ, ਜੋ ਸੇਵਾ, ਉਹਦੇ ਲਈ ਬਹੁਤ ਸ਼ੁਕਰੀਆ। ਧੰਨਵਾਦ ਜੀ ਆਲ ਇੰਡੀਆ ਰੇਡੀਓ, FM ਆਲ ਇੰਡੀਆ ਰੇਡੀਓ ਦਾ, ਤੇ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਕੰਟੈਕਟ ਕੀਤਾ ਤੇ ਇਹਨਾਂ ਬੇਜ਼ੁਬਾਨਿਆਂ ਦੀ ਜ਼ੁਬਾਨ ਨੂੰ ਮੇਰੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ। ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਸਰ। ਐਸੀ ਅਮਨਦੀਪ ਸਿੰਘ ਜੀ ਦੋਸਤੋ, ਜਿਨ੍ਹਾਂ ਨੂੰ ਅੱਜ ਅਸੀਂ ਸਪੈਸ਼ਲ ਸਾਡੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਐਂਡ ਤੋਂ ਬੁਲਾਇਆ ਸੀ। ਮਾਈਂਡ ਕੋਚ ਨੇ, NLP ਐਕਸਪਰਟ ਨੇ, ਨੈਚੁਰਿਸਟ ਨੇ ਔਰ ਸੋਸ਼ਲ ਵੈਲਫੇਅਰ ਐਂਡ ਅਵੇਅਰਨੈਸ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰੈਜ਼ੀਡੈਂਟ ਨੇ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਨੇਚਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਹੈ, ਜਿਹਦੇ ਵਿੱਚ ਬਰਡਸ ਔਰ ਡਿਫਰੈਂਟ ਸਪੀਸ਼ੀਜ਼ ਆਫ ਬਰਡਸ ਦੇ ਬਾਰੇ ਇਹਨਾਂ ਨੇ ਗੱਲ ਕੀਤੀ। ਇਹਨਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਹੈਗੇ ਆ ਫੋਰੈਸਟ ਡਿਪਾਰਟਮੈਂਟ ਨਾਲ ਮਿਲ ਕੇ ਕੰਮ ਕਰ ਰਹੇ ਆ, ਉੱਥੇ ਦੇ ਜਿਹੜੇ ਫੋਰੈਸਟ ਪੀਪਲ ਨੇ ਉਹਨਾਂ ਲਈ ਕੰਮ ਕਰ ਰਹੇ ਆ, ਬੱਚਿਆਂ ਨੂੰ ਫੋਰੈਸਟ ਲਾਈਫ ਔਰ ਨੇਚਰ ਲਾਈਫ ਦੇ ਨਾਲ ਕਨੈਕਟ ਕਰਨ ਦਾ ਕੰਮ ਕਰ ਰਹੇ ਆ ਥਰੂ ਡਿਫਰੈਂਟ ਐਂਡ ਵੈਰੀ ਇੰਟਰਸਟਿੰਗ ਟੈਕਨੀਕਸ ਆਫ ਬੋਰਡ ਗੇਮਸ, ਹੈ ਨਾ, ਔਰ ਨੇਚਰਲ ਬੇਸਡ ਮਿਊਜ਼ਿਕ ਜਿਹੜਾ ਹੈਗਾ ਇਹਨਾਂ ਨੇ ਕਿੰਨੇ ਹੀ ਈਅਰਸ ਦੇ ਐਕਸਪੀਰੀਅੰਸ ਦੇ ਨਾਲ ਉਹਨੂੰ ਕਲੈਕਟ ਕਰਕੇ ਇੱਕ ਸਾਊਂਡ ਸਿਸਟਮ ਬਣਾਇਆ ਫੋਕਸ ਰੱਖਣ ਵਾਸਤੇ। ਔਰ ਬਹੁਤ ਸਾਰੇ ਵਾਈਲਡ ਲਾਈਫ ਵੀਕ, ਇਨਵਾਇਰਨਮੈਂਟ ਡੇ, ਵਰਲਡ ਸਪੈਰੋ ਡੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੈਲੀਬ੍ਰੇਟ ਕਰਕੇ ਕਿਤੇ ਨਾ ਕਿਤੇ ਸੁਸਾਇਟੀ ਨੂੰ ਇੱਕ ਨਵੀਂ ਸਟੇਜ ਦੇ ਰਹੇ ਆ। ਸੋ ਇੱਦਾਂ ਦੇ ਰੀਅਲ ਹੀਰੋਜ਼ ਨੂੰ ਸਾਡਾ ਸਲਾਮ। ਔਰ ਇਹਦੇ ਨਾਲ ਹੀ ਅੱਜ ਦੀ ਇਹ ਸਪੈਸ਼ਲ ਟਾਕ
ਨੂੰ ਅਸੀਂ ਵਾਈਂਡ ਅਪ ਕਰਦੇ ਹਾਂ।